ਹੈਲੋ एवरीवन वेलकम बैक टू अवर चैनल। ਅੱਜ ਆਪਾਂ ਕਰਨ ਜਾ ਰਹੇ ਹਾਂ ਕਲਾਸ 10th ਦਾ ਵੰਗੀ ਬੁੱਕ ਦਾ ਸੈਕੰਡ ਚੈਪਟਰ ਮੜੀਆਂ ਤੋਂ ਦੂਰ। ਸਭ ਤੋਂ ਪਹਿਲਾਂ ਤਾਂ ਇਹ ਕਹਾਣੀ ਰਘੂਬੀਰ ਢੰਡ ਦੀ ਲਿਖੀ ਹੋਈ ਹੈ ਤੇ ਇਸ ਕਹਾਣੀ ਦੇ ਵਿਚਲੇ ਕਰੈਕਟਰਸ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਜੋ ਲੇਖਕ ਹੈ ਉਹ ਖੁਦ ਰਘੂਬੀਰ ਹੈ ਤੇ ਫਿਰ ਉਸਦੀ ਇੱਕ ਮਾਸੀ ਇਸ ਦਾ ਮੇਨ ਕਰੈਕਟਰ ਹੈ ਤੇ ਅੱਗੇ ਮਾਸੀ ਦੀ ਫੈਮਿਲੀ ਹੈ। ਮਾਸੀ ਦਾ ਮੁੰਡਾ ਹੈ ਜਿਹਦਾ ਨਾਮ ਬਲਵੰਤ ਹੈ ਤੇ ਹੁਣ ਬਲਵੰਤ ਦੀ ਥੋੜੀ ਜਿਹੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਕਿ ਜੋ ਬਲਵੰਤ ਹੈ ਉਹ ਇੰਗਲੈਂਡ ਰਹਿੰਦਾ ਹੈ ਤੇ ਉਸਦੀ ਪਤਨੀ ਦਾ ਨਾਮ ਬਿੰਦੂ ਹੈ ਤੇ ਬਲਵੰਤ ਦੇ 3 ਬੱਚੇ ਨੇ। ਤਾਂ ਇਹ ਤਾਂ ਥੋੜੀ ਜਿਹੀ ਕਰੈਕਟਰਸ ਦੀ ਡਿਟੇਲ ਸੀ। ਹੁਣ ਆਪਾਂ ਕਹਾਣੀ 'ਚ ਦੇਖਦੇ ਹਾਂ ਕੀ ਹੈ। ਕਹਾਣੀ ਦੀ ਸ਼ੁਰੂਆਤ ਵਿੱਚ ਲੇਖਕ ਨੂੰ ਉਸਦੀ ਮਾਸੀ ਦਾ ਫੋਨ ਆਉਂਦਾ ਹੈ ਤੇ ਉਹ ਉਸਨੂੰ ਮਿਲਣ ਲਈ ਬੁਲਾਉਂਦੀ ਹੈ ਤਾਂ ਲੇਖਕ ਪੁੱਛਦਾ ਹੈ ਕਿ ਸੁੱਖ ਤਾਂ ਹੈ। ਜਿਵੇਂ ਆਪਾਂ ਆਮ ਕਿਸੇ ਦਾ ਫੋਨ ਆਉਂਦਾ ਹੈ ਉਹ ਵੀ ਸਵੇਰੇ ਤਾਂ ਆਪਾਂ ਪੁੱਛਦੇ ਹੀ ਹਾਂ ਵੀ ਸੁੱਖ ਤਾਂ ਹੈ, ਤਾਂ ਉਹ ਲੇਖਕ ਵੀ ਪੁੱਛਦਾ ਹੈ। ਤਾਂ ਉਸਦੀ ਮਾਸੀ ਕਹਿੰਦੀ ਹੈ ਕਿ ਮੈਂ ਉਦਾਸ ਹਾਂ, ਬਸ ਤੂੰ ਮਿਲਣ ਆ ਜਾ। ਤਾਂ ਕੋਈ ਟੈਨਸ਼ਨ ਦੀ ਗੱਲ ਤਾਂ ਹੁੰਦੀ ਨਹੀਂ ਹੈ, ਇਸ ਲਈ ਲੇਖਕ ਤਿਆਰ ਹੋ ਕੇ ਆਰਾਮ ਦੇ ਨਾਲ ਮਾਸੀ ਨੂੰ ਮਿਲਣ ਜਾਂਦਾ ਹੈ। ਪਰ ਉਹ ਜਾਂਦਾ ਮਾਸੀ ਦੀ ਉਦਾਸੀ ਦੀ ਮਤਲਬ ਕੀ ਕਾਰਨ ਹੈ ਉਸਦੀ ਕਲਪਨਾ ਕਰਦਾ ਜਾਂਦਾ ਹੈ ਤੇ ਫਿਰ ਹੁਣ ਸਟੋਰੀ ਜੋ ਹੈ ਨਾ ਉਹ ਥੋੜੀ ਜਿਹੀ ਬੈਕਗਰਾਉਂਡ ਚੱਲਦੀ ਹੈ। ਹੁਣ ਆਪਾਂ ਨੂੰ ਇਹ ਤਾਂ ਦੱਸਤਾ ਵੀ ਲੇਖਕ ਜੋ ਹੈ ਉਹ ਜਾ ਰਿਹਾ ਹੈ, ਇੰਨੀ ਕੁ ਗੱਲ ਉਰੇ ਖਤਮ ਹੋ ਜਾਂਦੀ। ਉਸ ਤੋਂ ਬਾਅਦ ਲੇਖਕ ਪਿਛਲੀ ਗੱਲਾਂ ਸੋਚਦਾ ਹੈ ਜੋ ਕਿ ਕੁਝ ਮਹੀਨੇ ਪਹਿਲਾਂ ਦੀਆਂ ਹੀ ਹੁੰਦੀਆਂ ਨੇ। ਹੁਣ ਅੱਗੇ ਸਟੋਰੀ ਦੇ ਵਿੱਚ ਉਹ ਨੇਗੀਆਂ। ਤਾਂ ਕੁਝ ਮਹੀਨੇ ਪਹਿਲਾਂ ਜੋ ਮਾਸੀ ਦਾ ਪੁੱਤ ਹੁੰਦਾ ਹੈ ਬਲਵੰਤ ਰਾਏ, ਉਹ ਆਪਣੀ ਮਾਂ ਦੀ ਇੱਛਾ ਅਨੁਸਾਰ ਉਸਨੂੰ ਇੰਗਲੈਂਡ ਲੈ ਆਉਂਦਾ ਹੈ ਮਾਸੀ ਨੂੰ ਮਿਲਣ। ਬੇਸਿਕਲੀ ਜੋ ਮਾਸੀ ਹੈ ਉਹ ਇੰਡੀਆ ਦੇ ਵਿੱਚ ਰਹਿੰਦੀ ਹੁੰਦੀ ਹੈ ਤੇ ਉਹਦਾ ਮੁੰਡਾ ਜੋ ਹੈ ਬਲਵੰਤ ਉਹਨੂੰ ਮਿਲਣ ਆਉਂਦਾ ਹੈ ਇੰਡੀਆ। ਤੇ ਜਦੋਂ ਇੰਡੀਆ ਆਉਂਦਾ ਤਾਂ ਮਾਸੀ ਕਹਿੰਦੀ ਹੈ ਵੀ ਤੂੰ ਤਾਂ ਉੱਥੇ ਰਹਿੰਦਾ ਆਪਣੇ ਪਰਿਵਾਰ ਨਾਲ, ਤੈਨੂੰ ਇੰਨੇ ਸਾਲ ਹੋ ਗਏ ਵੀ ਮੈਨੂੰ ਕਦੇ ਨਹੀਂ ਲੈ ਕੇ ਗਿਆ। ਲੋਕ ਆਪਣੀ ਮਾਵਾਂ ਨੂੰ ਕਿੰਨੀ ਵਾਰ ਲੈ ਜਾ ਚੁੱਕੇ ਨੇ। ਤਾਂ ਫਿਰ ਉਹ ਵੀ ਆਪਣੀ ਮਾਂ ਨੂੰ ਇੰਗਲੈਂਡ ਲੈ ਜਾਂਦਾ ਹੈ। ਤੇ ਹੁਣ ਜਦ ਮਾਸੀ ਇੰਗਲੈਂਡ ਆ ਗਈ ਤਾਂ ਪਹਿਲਾ ਜੋ ਐਤਵਾਰ ਆਉਂਦਾ ਹੈ ਉਦੋਂ ਜੋ ਕਹਾਣੀਕਾਰ ਹੁੰਦਾ ਹੈ ਨਾ ਉਹ ਬਲਵੰਤ ਰਾਏ ਦਾ ਦੋਸਤ ਹੁੰਦਾ ਹੈ। ਤਾਂ ਜੋ ਕਹਾਣੀਕਾਰ ਹੈ ਉਹ ਬਲਵੰਤ ਰਾਏ ਤੇ ਉਸਦੇ ਪਰਿਵਾਰ ਨੂੰ ਸਾਰਿਆਂ ਨੂੰ ਮਾਸੀ ਨੂੰ ਵੀ ਆਪਣੇ ਘਰ ਕਹਾਣੀ ਤੇ ਸੱਦਦਾ ਹੈ। ਤੇ ਹੁਣ ਜਦੋਂ ਮਿਲਦੇ ਨੇ ਤਾਂ ਗੱਲਾਂ ਦੇ ਵਿੱਚ ਬਲਵੰਤ ਰਾਏ ਦੀ ਮਾਂ ਕਹਾਣੀਕਾਰ ਦੀ ਪਤਨੀ ਦੀ ਮਾਂ ਦੇ ਸ਼ਹਿਰ ਰਾਵਲਪਿੰਡੀ ਤੋਂ ਹੋਣ ਕਰਕੇ ਉਸਦੀ ਮਾਸੀ ਬਣ ਗਈ। ਮਤਲਬ ਕਿ ਜਿਵੇਂ ਆਪਣੇ ਉਰੇ ਵੀ ਹੁੰਦਾ ਹੈ ਕਿ ਜਿਵੇਂ ਕਿ ਆਪਣੀ ਜੋ ਮੰਮੀ ਹੈ ਅਗਰ ਉਹ ਕਿਸੇ ਜਗ੍ਹਾ ਤੋਂ ਹੈ ਪਰਟੀਕੂਲਰ ਤੇ ਜੋ ਆਪਣਾ ਕੋਈ ਨਾਲ ਵਾਲਾ ਕੋਈ ਵੀ ਵਿਅਕਤੀ ਹੈ ਚਾਹੇ ਉਹ ਅਣਜਾਣ ਹੈ ਅਗਰ ਉਸਦੀ ਵੀ ਮੰਮੀ ਸੇਮ ਪਿੰਡ ਤੋਂ ਹੈ ਤਾਂ ਆਪਾਂ ਉਹਨੂੰ ਮਾਸੀ ਬੁਲਾ ਲੈਂਦੇ ਹਾਂ। ਆਪਣੇ ਮਤਲਬ ਇੱਦਾਂ ਚੱਲਦਾ ਹੈ, ਹੋ ਜਾਂਦਾ ਹੈ। ਤਾਂ ਕਹਾਣੀਕਾਰ ਤੇ ਉਸ ਦੀ ਪਤਨੀ ਮਾਸੀ ਦੇ ਮਿੱਠੇ ਸੁਭਾਅ ਤੇ ਮਿਲਣਸਾਰ ਸੁਭਾਅ ਵੱਲ ਮੋਹੇ ਗਏ, ਮਤਲਬ ਕਿ ਉਹਨਾਂ ਨੂੰ ਬਹੁਤ ਵਧੀਆ ਲੱਗਿਆ। ਤੇ ਜਦੋਂ ਅਗਲਾ ਐਤਵਾਰ ਆਉਂਦਾ ਹੈ ਤਾਂ ਕਹਾਣੀਕਾਰ ਤੇ ਉਸਦੀ ਪਤਨੀ ਮਾਸੀ ਨੂੰ ਗੁਰਦੁਆਰੇ ਲੈ ਕੇ ਜਾਂਦੇ ਨੇ। ਵੈਸੇ ਘਰ ਦੇ ਹੋਰ ਮੈਂਬਰਾਂ ਨੂੰ ਵੀ ਪੁੱਛਿਆ ਜਾਂਦਾ ਹੈ, ਮਤਲਬ ਮਾਸੀ ਦੇ ਘਰ ਦੇ ਮੈਂਬਰਾਂ ਨੂੰ ਵੀ ਕਿਸੇ ਨੇ ਜਾਣਾ ਹੈ ਗੁਰਦੁਆਰੇ, ਤਾਂ ਪਰ ਕੋਈ ਵੀ ਤਿਆਰ ਨਹੀਂ ਹੁੰਦਾ। ਜਾਂ ਤਾਂ ਕਿਸੇ ਕੋਲ ਸਮੇਂ ਦੀ ਘਾਟ ਹੁੰਦੀ ਹੈ ਜਾਂ ਕੋਈ ਇਸ ਦੇ ਵਿੱਚ ਰੁਚੀ ਨਹੀਂ ਦਿਖਾਉਂਦਾ। ਤਾਂ ਜੋ ਮਾਸੀ ਦੇ ਪੋਤੀਆਂ ਹੁੰਦੇ ਨੇ ਜਾਂ ਪੁੱਤਰ ਨੂੰ ਹੁੰਦੇ ਨੇ ਉਹਨਾਂ ਕੋਲ ਵੇਲ ਨਹੀਂ ਹੁੰਦੀ, ਇਸ ਲਈ ਉਹਨਾਂ ਚੋਂ ਕੋਈ ਵੀ ਗੁਰਦੁਆਰੇ ਨਹੀਂ ਜਾਂਦਾ। ਤੇ ਐਂਡ ਦੇ ਵਿੱਚ ਮਾਸੀ ਨੂੰ ਲੇਖਕ ਤੇ ਉਸਦੀ ਪਤਨੀ ਗੁਰਦੁਆਰੇ ਲੈ ਕੇ ਜਾਂਦੇ ਨੇ। ਹੁਣ ਉਹ ਗੁਰਦੁਆਰੇ ਵੀ ਜਾਂਦੇ ਨੇ ਤੇ ਮੰਦਿਰ ਵੀ ਜਾਂਦੇ ਨੇ। ਗੁਰਦੁਆਰੇ ਜਾ ਕੇ ਜੋ ਮਾਸੀ ਹੁੰਦੀ ਹੈ ਉਹ ਉੱਥੇ ਲੰਗਰ ਪਕਾਉਂਦੀ ਹੈ ਤੇ ਮੰਦਿਰ ਵਿੱਚ ਜਾ ਕੇ ਭਜਨ ਗਾਉਂਦੀ ਹੈ। ਤੇ ਇਹ ਸਾਰੀ ਦੋਨੋਂ ਥਾਵਾਂ ਦੇ ਜੋ ਪ੍ਰਧਾਨ ਹੁੰਦੇ ਨੇ ਨਾ ਉਹ ਮਾਸੀ ਦੀ ਇਸ ਮਤਲਬ ਕਿ ਕਿਉਂਕਿ ਜੋ ਵੀ ਮਤਲਬ ਪਿਆਰ ਨਾਲ ਬੋਲਦਾ ਉਸ ਤੋਂ ਪ੍ਰਭਾਵਿਤ ਹੋ ਕੇ ਉਹ ਦੋਨੋਂ ਹੀ ਜੋ ਗੁਰਦੁਆਰੇ ਵਾਲੇ ਉਹ ਹੁੰਦੇ ਨੇਗੇ ਗ੍ਰੰਥੀ ਕਹਿ ਲੈਂਦੇ ਹਾਂ ਜਾਂ ਆਪਾਂ ਕਹਿ ਲੈਂਦੇ ਹਾਂ ਹੈੱਡ ਕਹਿ ਲੈਂਦੇ ਹਾਂ, ਉਹ ਦੋਨੋਂ ਹੀ ਪ੍ਰਭਾਵਿਤ ਹੁੰਦੇ ਨੇ ਮਾਸੀ ਤੋਂ। ਤੇ ਫਿਰ ਮਾਸੀ ਨੂੰ ਇੰਗਲੈਂਡ ਤੇ ਉੱਥੇ ਦੇ ਲੋਕ ਸਾਫ਼ ਸਫਾਈ, ਸਾਫ਼ ਸੜਕਾਂ, ਖੁੱਲੇ ਮੌਸਮ, ਖੁੱਲਾ ਖਾਣਾ ਤੇ ਹੋਰ ਸਹੂਲਤਾਂ ਉੱਥੇ ਮਿਲਦੀਆਂ ਨੇ ਆਪਾਂ ਨੂੰ ਇੰਗਲੈਂਡ ਦੇ ਵਿੱਚ। ਇਸ ਕਰਕੇ ਮਾਸੀ ਨੂੰ ਤਾਂ ਉਹ ਜਗ੍ਹਾ ਸਵਰਗ ਜਾਪਦੀ ਹੈ। ਉਹ ਚਾਹੁੰਦੀ ਹੈ ਕਿ ਉਹ ਸਦਾ ਲਈ ਉੱਥੇ ਰਹਿ ਜਾਵੇ ਤੇ ਉਸਦਾ ਜੋ ਹਸਬੈਂਡ ਹੈ ਉਹਦਾ ਪਤੀ ਹੈ ਉਹ ਚਾਹੁੰਦੀ ਹੈ ਵੀ ਉਹ ਵੀ ਉੱਥੇ ਆ ਕੇ ਉਹਦੇ ਨਾਲ ਹਮੇਸ਼ਾ ਦੇ ਲਈ ਰਹਿਣ ਲੱਗ ਜਾਏ। ਇੱਕ ਦਿਨ ਕਹਾਣੀਕਾਰ ਫਿਰ ਉਹ ਮੇਨ ਜਿੱਥੋਂ ਦੀ ਸਟੋਰੀ ਸ਼ੁਰੂ ਹੋਈ ਸੀ ਦੁਬਾਰਾ ਉੱਥੇ ਆ ਕੇ ਖੜੀ ਹੋ ਜਾਂਦੀ ਹੈ ਵੀ ਕਹਾਣੀਕਾਰ ਨੂੰ ਮਾਸੀ ਦਾ ਫੋਨ ਆਇਆ ਤੇ ਕਹਾਣੀਕਾਰ ਜਦੋਂ ਮਾਸੀ ਦੇ ਘਰ ਪਹੁੰਚਿਆ ਤਾਂ ਮਾਸੀ ਜੋ ਹੈ ਨਾ ਉਹ ਭੁੱਬਾ ਮਾਰ ਰੋਣ ਲੱਗ ਪਈ ਤੇ ਹੱਥ ਜੋੜ ਕੇ ਕਹਿਣ ਲੱਗ ਪਈ ਵੀ ਬਲਵੰਤ ਰਾਏ ਨੂੰ ਕਹਿ ਕੇ ਉਹ ਉਸਨੂੰ ਦੁਬਾਰਾ ਇੰਡੀਆ ਭਿਜਵਾ ਦੇਵੇ। ਇਹ ਗੱਲ ਸੁਣ ਕੇ ਕਹਾਣੀਕਾਰ ਇੱਕਦਮ ਹੈਰਾਨ ਰਹਿ ਗਿਆ ਕਿਉਂਕਿ ਜਦੋਂ ਉਹ ਖਾਣੇ ਦੇ ਉੱਤੇ ਮਿਲੇ ਸੀਗੇ ਤਾਂ ਉਹ ਮਾਸੀ ਜੋ ਹੈ ਇੰਗਲੈਂਡ ਦੀ ਸਿਫਤਾਂ ਕਰਦੀ ਥੱਕ ਨਹੀਂ ਰਹੀ ਸੀਗੀ। ਮਤਲਬ ਉਸਨੇ ਇੰਨਾ ਵਧੀਆ ਇੰਗਲੈਂਡ ਨੂੰ ਦੱਸਿਆ ਸੀਗਾ ਤੇ
ਹੁਣ ਜੋ ਕਹਾਣੀਕਾਰ ਹੈ ਉਹ ਕਾਰਨ ਪੁੱਛਦਾ ਵੀ ਉਸਨੇ ਇੰਡੀਆ ਕਿਉਂ ਜਾਣਾ ਹੈ, ਤਾਂ ਮਾਸੀ ਦੱਸਦੀ ਹੈ ਵੀ ਉਰੇ ਤਾਂ ਕਿਸੇ ਨੂੰ ਉਸਦੀ ਗੱਲ ਸੁਣਨ ਦਾ ਵੀ ਵੇਲ ਨਹੀਂ ਹੈਗੀ ਹੈ, ਵੀ ਉਹ ਕਿਸੇ ਨਾਲ ਗੱਲ ਨਹੀਂ ਕਰ ਸਕਦੀ। ਉਸਦੇ ਪੁੱਤਰ ਤੇ ਨੂੰਹ ਦੋਨੋਂ ਜੋ ਹੈ ਆਪਣੀ ਜੌਬ ਦੇ ਉੱਤੇ ਚਲੇ ਜਾਂਦੇ ਆ ਸਵੇਰੇ ਸਵੇਰੇ, ਤੇ ਉਸਨੂੰ ਪਤਾ ਵੀ ਨਹੀਂ ਲੱਗਦਾ ਵੀ ਉਹ ਕਦ ਚਲੇ ਜਾਂਦੇ ਨੇਗੇ, ਤੇ ਉਹ ਰਾਤੀ ਦੇਰ ਨਾਲ ਆਉਂਦੇ ਨੇ, ਤੇ ਜੇ ਉਹ ਗੱਲ ਕਰਨ ਦੀ ਕੋਈ ਕੋਸ਼ਿਸ਼ ਕਰਦੀ ਵੀ ਹੈ ਤਾਂ ਫਿਰ ਉਹ ਆਪਣਾ ਮੂੰਹ ਫੇਰ ਲੈਂਦੇ ਨੇ ਜਾਂ ਫਿਰ ਹੂੰ ਕਰਕੇ ਉੱਥੋਂ ਦੀ ਚਲੇ ਜਾਂਦੇ ਨੇ। ਜਿਹੜਾ ਛੋਟਾ ਮੁੰਡਾ ਹੈ ਜਾਂ ਫਿਰ ਜਿਹੜੀ ਛੋਟੀ ਕੁੜੀ ਹੈ ਉਹ ਤਾਂ ਗੱਲ ਕਰਕੇ ਰਾਜੀ ਨਹੀਂ ਹੈ। ਜਿਹੜੀ ਵੱਡੀ ਕੁੜੀ ਹੈ ਨਾ ਬਲਵੰਤ ਰਾਏ ਦੀ, ਉਹ ਵੈਸੇ ਤਾਂ ਬਹੁਤ ਚੰਗੀ ਹੈ, ਪਰ ਉਹਦੇ ਨਾਲ ਜੋ ਮਾਸੀ ਹੈ ਉਹਦੀ ਕੋਈ ਭਾਸ਼ਾ ਦੀ ਸਾਂਝ ਨਹੀਂ ਹੈ, ਇਸ ਲਈ ਉਹ ਉਸਦੇ ਨਾਲ ਕੋਈ ਗੱਲ ਨਹੀਂ ਕਰ ਸਕਦੀ। ਬਸ ਜੋ ਵੱਡੀ ਕੁੜੀ ਹੈ ਉਹ ਮਾਸੀ ਨੂੰ ਗੁੱਡ ਨਾਈਟ ਤੇ ਗੁੱਡ ਮਾਰਨਿੰਗ ਕਹਿ ਦਿੰਦੀ ਹੈ, ਤੇ ਉਹ ਉਸਨੂੰ ਮਤਲਬ ਚੰਗੀ ਲੱਗਦੀ ਹੈ। ਵੈਸੇ ਤਾਂ ਲੇਖਕ ਮਾਸੀ ਨੂੰ ਕਹਿੰਦਾ ਹੈ ਵੀ ਮਾਸੀ ਵੀ ਤੂੰ ਆਪਣਾ ਟਾਈਮ ਕੱਟਣ ਦੇ ਲਈ ਖਾਣਾ ਬਣਾ ਦਿਆ ਕਰ, ਤਾਂ ਕਿ ਤੇਰਾ ਜੋ ਟਾਈਮ ਹੈ ਵੀ ਉਹ ਨਿਕਲ ਜਾਇਆ ਕਰੂਗਾ। ਪਰ ਜੋ ਮਾਸੀ ਹੁੰਦੀ ਹੈ ਉਹ ਕਹਿੰਦੀ ਹੈ ਵੀ ਮੈਂ ਖਾਣਾ ਤਾਂ ਬਣਾ ਦਿਆ ਕਰਾਂ, ਪਰ ਇੱਥੇ ਤਾਂ ਖਾਣਾ ਖਾਣ ਦਾ ਕੋਈ ਕਿਸੇ ਨੂੰ ਵਕਤ ਹੀ ਨਹੀਂ ਹੈ। ਕਿਸੇ ਦਾ ਖਾਣ ਦਾ ਵਕਤ ਕੋਈ ਹੋਰ ਹੁੰਦਾ ਹੈ, ਕੋਈ ਕਿਸ ਟਾਈਮ ਖਾਂਦਾ ਹੈ, ਕੋਈ ਕਿਸ ਟਾਈਮ ਖਾਂਦਾ ਹੈ, ਤੇ ਫਿਰ ਖਾਂਦੇ ਵੀ ਸਾਰੇ ਆਪਣੀ ਆਪਣੀ ਅਲੱਗ-ਅਲੱਗ ਚੀਜ਼ਾਂ ਹੈ। ਤਾਂ ਫਿਰ ਮਾਸੀ ਦੱਸਦੀ ਹੈ ਵੀ ਕੋਈ ਕੌਰਨਫਲੈਕਸ ਦੁੱਧ ਦੇ ਵਿੱਚ ਪਾ ਕੇ ਖਾ ਲੈਂਦਾ ਹੈ, ਕੋਈ ਮੱਛੀ ਤਲ ਕੇ ਖਾ ਲੈਂਦਾ ਹੈ, ਤਾਂ ਇਹ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ। ਇਸ ਲਈ ਮਾਸੀ ਜੋ ਹੈ ਆਪਣਾ ਉੱਥੇ ਮਤਲਬ ਦਿਲ ਨਹੀਂ ਲੱਗਦਾ ਮਾਸੀ ਦਾ। ਤਾਂ ਮਾਸੀ ਜੋ ਕਹਿੰਦੀ ਹੈ ਵੀ ਐਂਡ ਦੇ ਵਿੱਚ ਮਾਸੀ ਇੱਕ ਗੱਲ ਕਹਿੰਦੀ ਹੈ ਵੀ ਉਹ ਉਸਨੂੰ ਵਾਪਸ ਭੇਜ ਦੇਵੇ, ਤੇ ਵੀ ਉਹ ਕਹਿੰਦੀ ਹੈ ਵੀ ਇਹ ਜੋ ਥਾਂ ਹੈ ਜਿੱਥੇ ਮੈਂ ਆਈ ਹੋਈ ਹਾਂ ਇਹ ਤਾਂ ਮੜੀਆਂ ਤੋਂ ਵੀ ਦੂਰ ਹੈ। ਤਾਂ ਇਸ ਕਹਾਣੀ ਦੇ ਵਿੱਚ ਜੋ ਲੇਖਕ ਹੁੰਦਾ ਹੈ ਉਹ ਮਾਸੀ ਨੂੰ ਕਹਿੰਦਾ ਹੈ ਵੀ ਉਹ ਉਸਨੂੰ ਇੰਡੀਆ ਭਿਜਵਾ ਦੇਵੇਗਾ, ਤੇ ਜੋ ਉੱਥੇ ਦੀ ਚੁੱਪੀ ਹੈ, ਮਾਸੀ ਕਹਿੰਦੀ ਹੈ ਵੀ ਮੈਨੂੰ ਤਾਂ ਮੜੀਆਂ ਤੋਂ ਵੀ ਉਹ ਲੱਗਦੀ ਹੈ ਵੀ ਭੈੜੀ ਲੱਗਦੀ ਹੈ, ਕਿਉਂਕਿ ਮੜੀਆਂ ਦੇ ਵਿੱਚ ਕੀ ਹੁੰਦਾ ਕਿ ਚਿੜੀਆਂ ਆ ਜਾਂਦੀਆਂ ਨੇ, ਥੋੜਾ ਬਹੁਤ ਹਲਕਾ ਮੋਟਾ ਸੂਰਜ ਦੀ ਕਿਰਨ ਆ ਜਾਂਦੀ ਹੈ, ਹੋਰ ਵੀ ਗੱਲਾਂ ਉਰੇ ਡਿਸਕ੍ਰਾਈਬ ਕੀਤੀਆਂ ਹੋਈਆਂ ਨੇ। ਆਹੀ ਚੀਜ਼ਾਂ ਨੇ ਵੀ ਉੱਥੇ ਤਾਂ ਫਿਰ ਵੀ ਸੂਰਜ ਦੀ ਕਿਰਨ ਜਾਂ ਚਿੜੀਆਂ ਦੀ ਮਹਿਕ ਹੁੰਦੀ ਹੈ, ਪਰ ਉਰੇ ਕੁਝ ਵੀ ਨਹੀਂ ਹੈ। ਇਸ ਲਈ ਇਹ ਜੋ ਚੁੱਪੀ ਹੈ ਉਹ ਮਾਸੀ ਨੂੰ ਮਤਲਬ ਮਾਸੀ ਉੱਥੇ ਹੀ ਚੁੱਪ ਕਰਕੇ ਨਾ ਮਰ ਜੇ, ਤਾਂ ਮਾਸੀ ਕਹਿੰਦੀ ਹੈ ਵੀ ਮੈਨੂੰ ਇੰਡੀਆ ਭਿਜਵਾ ਦਿੱਤਾ ਜਾਵੇ। ਤਾਂ ਇਹ ਇਸ ਦੀ ਸਟੋਰੀ ਸੀਗੀ। ਮੇਨ ਜੋ ਇਸ ਸਟੋਰੀ ਦੇ ਵਿੱਚੋਂ ਆਉਂਦਾ ਹੈ ਉਹ ਹੈ ਸਾਰ। ਇਸ ਦਾ ਸਾਰ ਜੋ ਹੈ ਬਹੁਤ ਬਹੁਤ ਇੰਪੋਰਟੈਂਟ ਹੈ। ਇਸ ਦਾ ਸਾਰ ਜੋ ਮੈਂ PSCB ਦੀ ਗੱਲ ਕਰਾਂ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ, ਤਾਂ ਇਹ ਜੋ ਸਾਰ ਹੈ 2000 ਸਨ ਤੋਂ ਲੈ ਕੇ 2017 ਸਨ ਤੱਕ ਸਿਰਫ 3 ਸਾਲ ਨਹੀਂ ਆਇਆ, ਬਾਕੀ ਸਾਰੇ ਸਾਲ ਇਹ ਕੰਟੀਨਿਊਸਲੀ ਆਇਆ ਹੈ। ਤਾਂ ਇਸ ਨੂੰ ਅੱਛੀ ਤਰ੍ਹਾਂ ਕਰ ਲੈਣਾ। ਓਕੇ ਦੈਨ, ਬਾਏ ਬਾਏ, ਸੀ ਯੂ ਨੈਕਸਟ ਟਾਈਮ।